ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਐਸਕੇ ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਾਂਗੇ ਭਾਰਤ ਅਤੇ ਸੰਸਾਰ ਦੇ ਬਾਰੇ ਵਿੱਚ। ਤੇ ਮੇਨਲੀ ਆਪਾਂ ਜਿਹੜੀ ਗੱਲ ਕਰਨੀ ਹੈਗੀ ਹੈ ਇਹਨਾਂ ਦੋਨਾਂ ਦੀ ਮਤਲਬ ਆਪਸ 'ਚ ਸੰਬੰਧਾਂ ਦੇ ਬਾਰੇ ਵਿੱਚ ਗੱਲ ਕਰਾਂਗੇ ਕਿ ਜਿਹੜੇ ਸੰਬੰਧ ਹੈਗੇ ਨੇ ਉਹ ਕਿਹੜੇ ਤਰੀਕਿਆਂ ਦੇ ਹੈਗੇ ਨੇ। ਤੇ ਵਿੱਚ ਜੇ ਆਪਾਂ ਦੇਖੀਏ ਤਾਂ ਜਿਹੜਾ ਪੁਰਾਣੇ ਸਮੇਂ ਤੋਂ ਹੀ ਜਿਹੜਾ ਭਾਰਤ ਹੈਗਾ ਹੈ ਉਹਦੇ ਵਿਦੇਸ਼ਾਂ ਦੇ ਨਾਲ ਸੰਬੰਧ ਜਿਹੜੇ ਬਣੇ ਹੋਏ ਨੇ। ਤੇ ਜੇ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਸੰਬੰਧਾਂ ਦੀ, ਜਿਹੜੇ ਸੰਬੰਧ ਹੈਗੇ ਨੇ ਉਹ ਜਾਂ ਤਾਂ ਸਾਂਸਕ੍ਰਿਤਿਕ ਹੈਗੇ ਨੇ ਤੇ ਜਾਂ ਫਿਰ ਵਪਾਰਿਕ ਜਿਹੜੇ ਆਪਾਂ ਨੂੰ ਸੰਬੰਧ ਦੇਖਣ ਨੂੰ ਮਿਲਦੇ ਨੇ। ਜਿਵੇਂ ਕਿ ਪਹਿਲਾਂ ਖੋਜਾਂ ਵਗੈਰਾ ਤੋਂ ਵੀ ਆਪਾਂ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਸਿੱਧੂ ਘਾਟੀ ਦੀ ਸੱਭਿਅਤਾ ਹੈਗੀ ਹੈ ਜਾਂ ਫਿਰ ਜਿਸ ਨੂੰ ਆਪਾਂ ਹੜੱਪਾ ਸੱਭਿਅਤਾ ਬੋਲਦੇ ਹੈਗੇ ਆ, ਇਸ ਸੱਭਿਅਤਾ ਦੇ ਜਿਹੜੇ ਲੋਕ ਹੈਗੇ ਨੇ ਉਹਨਾਂ ਦੇ ਮੈਸੋਪਟਾਮੀਆ, ਮਿਸਰ ਦੇ ਜਾਂ ਫਿਰ ਜਿਹੜੀਆਂ ਹੋਰ ਸੱਭਿਅਤਾਵਾਂ ਸੀਗੀਆਂ ਉਹਨਾਂ ਦੇ ਨਾਲ ਉਸ ਟਾਈਮ 'ਤੇ ਜਿਹੜਾ ਆਪਸ ਦੇ ਵਿੱਚ ਵਪਾਰ ਹੁੰਦਾ ਸੀ। ਇਹਨਾਂ ਜਿਹੜੀਆਂ ਸੱਭਿਅਤਾਵਾਂ ਹੈਗੀਆਂ ਨੇ, ਇਸ ਤਰ੍ਹਾਂ ਜਿਹੜੇ ਭਾਰਤ ਦੇ ਵਿਦੇਸ਼ਾਂ ਦੇ ਨਾਲ ਜਿਹੜੇ ਸੰਬੰਧ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ। ਤੇ ਉਸ ਤੋਂ ਬਾਅਦ ਆਪਾਂ ਦੇਖੀਏ ਜਿਹੜਾ ਸਿਕੰਦਰ ਹੈਗਾ, ਇਹ ਸਿਕੰਦਰ ਦੇ ਹਮਲੇ ਤੋਂ ਬਾਅਦ ਉਸ ਤੋਂ ਬਾਅਦ ਅੱਗੇ ਚੱਲ ਕੇ ਜਿਹੜਾ 400 ਈਸਵੀ ਪੂਰਵ ਦੇ ਵਿੱਚ ਜਿਹੜਾ ਭਾਰਤ ਹੈਗਾ ਉਹਦਾ ਯੂਰਪ ਦੇ ਨਾਲ ਸੰਬੰਧ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਤੇ ਇਹਦੇ ਵਿੱਚ ਜਿਹੜਾ ਯੂਰਪ ਦੇ ਲੋਕ ਹੈਗੇ ਨੇ ਉਹ ਭਾਰਤ ਤੋਂ ਜਿਹੜਾ ਐਸ਼ੋ ਆਰਾਮ ਦਾ ਸਮਾਨ ਹੈਗਾ ਉਹ ਖਰੀਦਦੇ ਨੇ। ਤੇ ਇਹਨਾਂ ਵਿੱਚ ਜੇ ਆਪਾਂ ਐਸ਼ੋ ਆਰਾਮ ਦੇ ਸਮਾਨ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਵਧੀਆ ਕਿਸਮ ਦੇ ਕੱਪੜੇ, ਗਹਿਣੇ, ਨਕਾਸੀਦਾਰ ਚੀਜ਼ਾਂ, ਹੀਰੇ ਜਵਾਹਰਾਤ, ਇਤਰ, ਮਲਮਲ, ਹਾਥੀ ਦੰਦ ਦੀਆਂ ਵਸਤਾਂ, ਗਰਮ ਮਸਾਲੇ ਜਿਹੜੇ ਹੈਗੇ ਨੇ ਇਹ ਵਿਦੇਸ਼ਾਂ ਵਿੱਚ ਭੇਜੇ ਜਾਂਦੇ ਸੀ। ਤੇ ਜਿਹੜੇ ਵਿਦੇਸ਼ ਹੈਗੇ ਨੇ ਉਹਨਾਂ ਦੇ ਵਿੱਚ ਮੁੱਖ ਤੌਰ 'ਤੇ ਯੂਨਾਨ ਤੇ ਰੋਮ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਤੇ ਜਿਹੜੀਆਂ ਵਸਤਾਂ ਦੀ ਜਿਹੜੀ ਖਰੀਦੋ ਫਰੋਖਤ ਹੈਗੀ ਹੈ ਜਾਂ ਆਪਾਂ ਵਪਾਰ ਦੀ ਗੱਲ ਕਰੀਏ ਤਾਂ ਇਹ ਬੜੇ ਜਿਹੜਾ ਨਿਯਮਾਂ ਜਿਹੜਾ ਅਨੁਸਾਰ ਜਿਹੜਾ ਕੀਤਾ ਜਾਂਦਾ ਸੀ ਇਹ ਵਪਾਰ ਦੀ ਜੇ ਆਪਾਂ ਗੱਲ ਕਰੀਏ ਤਾਂ। ਇਸ ਤੋਂ ਬਾਅਦ ਆਪਾਂ ਦੇਖਾਂਗੇ ਸਾਤਵਾਹਨਾਂ ਦੇ ਬਾਰੇ ਵਿੱਚ। ਤੇ ਇਹਨਾਂ ਦਾ ਸਾਮਰਾਜ ਜਿਹੜਾ ਹੈਗਾ ਹੈ ਦੂਸਰੀ ਸਦੀ ਈਸਵੀ ਪੂਰਵ ਤੋਂ ਜਿਹੜਾ ਇਹਨਾਂ ਦਾ ਜਿਹੜਾ ਵਪਾਰਕ ਸੰਬੰਧ ਆਪਾਂ ਦੇਖਦੇ ਹੈਗੇ ਆ ਰੋਮ ਤੇ ਜਿਹੜਾ ਦੱਖਣੀ ਭਾਰਤ ਦਾ ਜਿਹੜਾ ਸੰਬੰਧ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਤੇ ਸਾਤਵਾਹਨਾਂ ਦੀ ਗੱਲ ਕਰੀਏ ਤਾਂ ਆਪਾਂ ਦੱਖਣ ਭਾਰਤ ਦੇ ਵਿੱਚ ਜਿਹੜਾ ਵੰਸ਼ ਆਪਾਂ ਦੇਖਿਆ ਹੈਗਾ ਏ। ਤੇ ਇਹਦੇ ਜੇ ਆਪਾਂ ਵਪਾਰਕ ਮਾਰਗਾਂ ਦੀ ਗੱਲ ਕਰੀਏ ਤਾਂ ਇਹਨਾਂ ਦਾ ਜਿਹੜਾ ਵਪਾਰਕ ਮਾਰਗ ਸੀਗਾ, ਆਪਾਂ ਜਲ ਮਾਰਗ ਦੇ ਰਾਹੀਂ ਵਪਾਰ ਕਰਦੇ ਸੀਗੇ। ਤੇ ਇਸ ਦੇ ਇਲਾਵਾ ਆਪਾਂ ਜੇ ਵੇਖੀਏ ਜਿਹੜੀਆਂ ਬੰਦਰਗਾਹਾਂ ਸੀਗੀਆਂ ਉਸ ਟਾਈਮ 'ਤੇ ਕਾਵੇਰੀ ਪਤਨਮ, ਮਹਾਬਲੀਪੁਰਮ, ਪੁਹਾਰ, ਕੋਰਕਈ ਤੇ ਜਿਹੜੀਆਂ ਬੰਦਰਗਾਹਾਂ ਹੈਗੀਆਂ ਨੇ ਇਹ ਪੂਰਬੀ ਤੱਟ ਦੇ ਉੱਪਰ ਸੀਗੀਆਂ। ਤੇ ਇਸ ਤੋਂ ਇਲਾਵਾ ਜੇ ਆਪਾਂ ਪੱਛਮੀ ਤੱਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਬ੍ਰਿਗਕਸ਼ ਤੇ ਸੂਰਪਰਕ ਜਿਹੜੀਆਂ ਹੈਗੀਆਂ ਨੇ ਆਪਾਂ ਬੰਦਰਗਾਹਾਂ ਦੇਖਦੇ ਹੈਗੇ ਆ। ਤੇ ਇੱਥੇ ਜੇਕਰ ਆਪਾਂ ਮੈਪ ਦੇ ਰਾਹੀਂ ਇਹਨਾਂ ਬੰਦਰਗਾਹਾਂ ਨੂੰ ਦੇਖਣ ਦੀ ਕੋਸ਼ਿਸ਼ ਕਰੀਏ ਤਾਂ ਇਹਦੇ ਵਿੱਚ ਜਿਹੜੀ ਬਰੂਕਸ਼ ਇੱਥੇ ਇਸ ਜਗ੍ਹਾ 'ਤੇ ਹੈਗੀ ਹੈ। ਤੇ ਇਸ ਤੋਂ ਬਾਅਦ ਆਪਾਂ ਜਿਹੜੀ ਸੁਪਰਕ ਦੀ ਗੱਲ ਕੀਤੀ ਹੈਗੀ, ਜਿਹੜੀ ਉਹ ਬੰਦਰਗਾਹ ਇਸ ਜਗ੍ਹਾ ਦੇ ਉੱਪਰ ਸਥਿਤ ਹੈਗੀ। ਤੇ ਇਹ ਪੱਛਮੀ ਤੱਟ ਦੇ ਉੱਪਰ ਮੇਨਲੀ ਆਪਾਂ ਬੰਦਰਗਾਹਾਂ ਦੇਖਦੇ ਹੈਗੇ ਆ। ਜੇਕਰ ਆਪਾਂ ਪੂਰਬੀ ਤੱਟ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜੀ ਕਾਵੇਰੀ ਪਤਨਮ ਇਸ ਜਗ੍ਹਾ 'ਤੇ ਬੰਦਰਗਾਹ ਹੈਗੀ ਹੈ। ਤੇ ਇਸ ਦੇ ਉੱਪਰ ਹੀ ਥੋੜ੍ਹਾ ਜਿਹਾ ਆਪਾਂ ਨੂੰ ਮਹਾਬਲੀਪੁਰਮ ਜਿਹੜੀ ਬੰਦਰਗਾਹ ਹੈਗੀ ਹੈ ਉਹ ਵੀ ਦੇਖਣ ਨੂੰ ਮਿਲਦੀ ਹੈਗੀ ਹੈ। ਮਹਾਬਲੀਪੁਰਮ ਇਹ ਜਿਹੜੀ ਬੰਦਰਗਾਹ, ਇਹ ਜਿਹੜੀਆਂ ਬੰਦਰਗਾਹਾਂ ਸੀਗੀਆਂ ਇਹਨਾਂ ਰਾਹੀਂ ਹੀ ਜਿਹੜਾ ਵਿਦੇਸ਼ਾਂ ਦੇ ਨਾਲ ਵਪਾਰ ਉਸ ਟਾਈਮ 'ਤੇ ਜਿਹੜੇ ਇੱਥੋਂ ਦੇ ਲੋਕ ਹੈਗੇ ਨੇ ਉਹ ਕਰਦੇ ਸੀ। ਇਹ ਤਾਂ ਰਹੀ ਜਿਹੜੀ ਦੱਖਣ ਭਾਰਤ ਦੀ ਗੱਲ। ਤੇ ਜੇ ਆਪਾਂ ਗੱਲ ਕਰੀਏ ਉੱਤਰ ਭਾਰਤ ਦੇ ਬਾਰੇ ਵਿੱਚ, ਜਿਹੜਾ ਉੱਤਰੀ ਭਾਰਤ ਦੇ ਲੋਕ ਹੈਗੇ ਨੇ ਇਹ ਥਲ ਮਾਰਗ ਰਾਹੀਂ ਜਿਹੜਾ ਵਪਾਰ ਵਗੈਰਾ ਕਰਦੇ ਸੀ। ਤੇ ਜੇ ਮਾਰਗ ਦੀ ਗੱਲ ਕਰੀਏ ਤਾਂ ਅਫਗਾਨਿਸਤਾਨ, ਮੱਧ ਏਸ਼ੀਆ ਤੋਂ ਹੁੰਦਾ ਹੋਇਆ ਜਿਹੜਾ ਇਹ ਪੱਛਮੀ ਏਸ਼ੀਆ ਦੇ ਵਿੱਚ ਦੀ ਜਿਹੜਾ ਰਸਤਾ ਲੰਘਦਾ ਸੀ ਜਿਸ ਦੇ ਰਾਹੀਂ ਵਪਾਰ ਵਗੈਰਾ ਕੀਤਾ ਜਾਂਦਾ ਸੀ। ਤੇ ਚੀਨ ਦੀ ਗੱਲ ਕਰਦੇ ਹੈਗੇ ਆ ਤੇ ਇਹਦੇ ਵਿੱਚ ਜਿਹੜਾ ਚੀਨ ਦੇ ਨਾਲ ਜਿਹੜਾ ਵਪਾਰ ਕੀਤਾ ਜਾਂਦਾ ਸੀ ਉਹ ਰੇਸ਼ਮ ਦਾ ਸੀ। ਤੇ ਜਿਹੜਾ ਇਸਥੋਂ ਦੀ ਹੋ ਕੇ ਜਿਹੜਾ ਮਾਰਗ ਗੁਜ਼ਰਦਾ ਸੀ ਉਸ ਨੂੰ ਰੇਸ਼ਮੀ ਮਾਰਗ ਬੋਲਿਆ ਜਾਂਦਾ ਸੀ। ਤੇ ਅੱਗੇ ਚੱਲ ਕੇ ਜਿਹੜਾ ਵਪਾਰ ਹੈਗਾ ਇਹ ਜਿਹੜਾ ਸਮੁੰਦਰੀ ਮਾਰਗ ਰਾਹੀਂ ਜ਼ਿਆਦਾ ਕੀਤਾ ਜਾਣ ਲੱਗਾ, ਕਿਉਂਕਿ ਜਿਹੜਾ ਆਸਾਨੀ ਨਾਲ ਚੀਜ਼ਾਂ ਜਿਹੜੀਆਂ ਇੱਕ ਜਗ੍ਹਾ ਤੋਂ ਦੂਜੀ ਥਾਂ 'ਤੇ ਜਿਹੜਾ ਸਮੁੰਦਰੀ ਮਾਰਗ ਦੇ ਰਾਹੀਂ ਉਸ ਟਾਈਮ 'ਤੇ ਪਹੁੰਚਾਈਆਂ ਜਾ ਸਕਦੀਆਂ ਸੀਗੀਆਂ। ਜੇ ਆਪਾਂ ਆਯਾਤ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਦੀ ਗੱਲ ਕਰੀਏ ਤਾਂ ਆਪਾਂ ਜਿਹੜੇ ਭਾਰਤੀ ਲੋਕ ਹੈਗੇ ਨੇ ਉਹ ਯੂਰਪ ਤੋਂ ਜਿਹੜੀਆਂ ਹੈਗੀਆਂ ਨੇ ਉਹ ਸ਼ੀਸ਼ਾ ਜਾਂ ਫਿਰ ਸ਼ੀਸ਼ੇ ਤੋਂ ਬਣੀਆਂ ਹੋਈਆਂ ਵਸਤਾਂ ਜਿਹੜੀਆਂ ਆਯਾਤ ਕਰਦੇ ਸੀ। ਤੇ ਇਸ ਦੇ ਜਿਹੜਾ ਪੂਰਬੀ ਦੇਸ਼ਾਂ ਦੇ ਵਿੱਚ ਜਿਹੜਾ ਰੇਸ਼ਮੀ ਕੱਪੜਾ ਵਗੈਰਾ ਭੇਜਿਆ ਜਾਂਦਾ ਸੀ ਉਸ ਟਾਈਮ 'ਤੇ ਭਾਰਤ ਵੱਲੋਂ। ਤੇ ਜੇਕਰ ਆਪਾਂ ਵਪਾਰ ਦੀ ਗੱਲ ਕਰੀਏ ਤਾਂ ਵਪਾਰ ਜਿਹੜਾ ਹੈਗਾ ਉਹ ਲਾਭ ਦੇ ਪੱਖ ਤੋਂ ਹੀ ਮੁੱਖ ਰੱਖ ਕੇ ਜਿਹੜਾ ਕੀਤਾ ਜਾਂਦਾ ਹੈ, ਲਾਭ ਦੇ ਪੱਖ ਨੂੰ ਹੀ। ਤੇ ਉਸ ਤੋਂ ਇਲਾਵਾ ਜੇ ਦੇਖੀਏ ਤਾਂ ਇਹ ਜਿਹੜਾ ਭਾਰਤ ਦੇ ਪੱਖ ਵਿੱਚ ਆਪਾਂ ਦੇਖਦੇ ਹੈਗੇ ਆ ਇਸ ਟਾਈਮ 'ਤੇ। ਤੇ ਇਸ ਦੇ ਬਦਲੇ ਵਿੱਚ ਜਿਹੜਾ ਰੋਮ ਵਾਸੀ ਹੈਗੇ ਨੇ ਉਹ ਸੋਨਾ ਦੇ ਕੇ ਜਿਹੜਾ ਰਕਮ ਵਗੈਰਾ ਜਿਹੜੀ ਅਦਾ ਕਰਦੇ ਸੀਗੇ। ਤੇ ਉਸ ਤੋਂ ਅੱਗੇ ਆਪਾਂ ਦੇਖੀਏ ਤਾਂ ਜਿਹੜੀਆਂ ਰੋਮਨ ਦੇ ਜਿਹੜੇ ਸਿੱਕੇ ਹੈਗੇ ਨੇ ਪ੍ਰਾਚੀਨ ਟਾਈਮ ਦੇ, ਉਸ ਟਾਈਮ ਦੇ ਜਿਸ ਟਾਈਮ 'ਤੇ ਵਪਾਰ ਚੱਲਦਾ ਸੀਗਾ ਉਸ ਟਾਈਮ ਦੇ ਜਿਹੜਾ ਦੱਖਣੀ ਸਮੁੰਦਰੀ ਤੱਟ ਹੈਗਾ ਉਸ ਤੋਂ ਜਿਹੜਾ ਵੱਡੀ ਮਾਤਰਾ ਵਿੱਚ ਸਿੱਕੇ ਪ੍ਰਾਪਤ ਕੀਤੇ ਗਏ ਨੇ। ਤੇ ਸੋਨੇ ਦੇ ਸਿੱਕੇ ਜਿਹੜੇ ਨੇ ਭਾਰਤ ਤੋਂ ਜਿਹੜੀਆਂ ਬਾਹਰ ਚੀਜ਼ਾਂ ਭੇਜੀਆਂ ਜਾਂਦੀਆਂ ਸੀਗੀਆਂ ਵਿਦੇਸ਼ਾਂ ਵਿੱਚ ਤੇ ਉਹਨਾਂ ਦੇ ਬਦਲੇ ਵਿੱਚ ਪ੍ਰਾਪਤ ਕੀਤਾ ਜਾਂਦਾ ਸੀ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਰੋਮ ਦੇ ਇੱਕ ਰਾਈਟਰ ਹੈਗੇ ਨੇ ਪਾਲਿਨੀ, ਉਹਨਾਂ ਨੇ ਇਸ ਗੱਲ ਦੇ ਉੱਪਰ ਜਿਹੜਾ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਜਿਹੜਾ ਰੋਮ ਦਾ ਸੋਨਾ ਹੈਗਾ ਉਹ ਅਮੀਰ ਲੋਕ ਜਿਹੜੇ ਇੱਥੋਂ ਦੇ ਹੈਗੇ ਨੇ ਰੋਮ ਦੇ, ਉਹਨਾਂ ਦੀ ਜਿਹੜਾ ਐਸ਼ ਦੀਆਂ ਚੀਜ਼ਾਂ ਵਿੱਚ ਜਾਂ ਐਸ਼ੋ ਆਰਾਮ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹਨਾਂ ਦੇ ਚੱਕਰ ਜਿਹੜਾ ਭਾਰਤ ਵਿੱਚ ਜਾ ਰਿਹਾ ਹੈਗਾ ਏ। ਤੇ ਇਸ ਦੇ ਚੱਲਦੇ ਜਿਹੜਾ ਤੀਸਰੀ ਸਦੀ ਈਸਵੀ ਦੇ ਵਿੱਚ ਭਾਰਤ ਦੇ ਨਾਲ ਵਪਾਰ ਦੇ ਉੱਪਰ ਜਿਹੜਾ ਰੋਮ ਦੇ ਵਿੱਚ ਬਹੁਤ ਸਾਰੀਆਂ ਬੰਦਿਸ਼ਾਂ ਲਗਾ ਦਿੱਤੀਆਂ ਜਾਂਦੀਆਂ ਨੇ। ਤੇ ਇਸ ਦੇ ਨਾਲ ਹੀ ਜਿਹੜਾ ਵਪਾਰ ਹੈਗਾ ਉਹ ਹੌਲੀ ਹੌਲੀ ਘਟਣਾ ਸ਼ੁਰੂ ਹੋ ਜਾਂਦਾ ਹੈਗਾ। ਭਾਰਤ ਦੇ ਪੱਛਮੀ ਦੇਸ਼ਾਂ ਨਾਲ ਸੰਬੰਧ ਇਹਦੇ ਵਿੱਚ ਆਪਾਂ ਦੇਖਦੇ ਹੈਗੇ ਹਾਂ ਕਿ ਜਦੋਂ
ਕੋਈ ਇੱਕ ਇਲਾਕੇ ਦੇ ਲੋਕ ਜਿਹੜੇ ਹੈਗੇ ਨੇ, ਇੱਕ ਦੇਸ਼ ਦੇ ਲੋਕ ਹੈਗੇ ਨੇ, ਦੂਜੇ ਦੇਸ਼ ਵਿੱਚ ਜਾ ਕੇ ਰਹਿਣਾ ਸ਼ੁਰੂ ਕਰਨਗੇ ਤਾਂ ਜਿਹੜੀ ਆਪਣੀ ਸੰਸਕ੍ਰਿਤੀ ਹੈਗੀ ਉਸ ਨੂੰ ਜਿਹੜਾ ਉਹ ਨਾਲ ਲੈ ਕੇ ਜਾਂਦੇ ਨੇ। ਤੇ ਨਾਲ ਦੀ ਨਾਲ ਆਪਾਂ ਦੇਖਾਂਗੇ ਕਿ ਜਿਹੜੀ ਉਸ ਜਗ੍ਹਾ ਦੇ ਉੱਪਰ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਦੀ ਸੰਸਕ੍ਰਿਤੀ ਦਾ ਪ੍ਰਭਾਵ ਵੀ ਜਿਹੜਾ ਉੱਥੋਂ ਦੇ ਜਿਹੜੇ ਦੂਸਰੇ ਦੇਸ਼ ਦੇ ਲੋਕ ਉੱਥੇ ਜਾ ਕੇ ਰਹਿ ਰਹੇ ਨੇ ਉਹਨਾਂ ਦੇ ਉੱਪਰ ਲਾਜ਼ਮੀ ਪੈਂਦਾ ਹੈਗਾ। ਤੇ ਇਸ ਤਰ੍ਹਾਂ ਆਪਾਂ ਦੇਖਦੇ ਹੈਗੇ ਕਿ ਜਿਹੜਾ ਭਾਰਤੀ ਸੰਸਕ੍ਰਿਤੀ ਦੀ ਜਿਹੜੀ ਭਾਰਤ ਦੇ ਲੋਕਾਂ ਦੀ ਜਿਹੜੀ ਪਹਿਚਾਣ ਹੈਗੀ ਹੈ, ਤੇ ਇਹ ਜਿਹੜਾ ਹੋਰ ਦੇਸ਼ਾਂ ਵਿੱਚ ਜਦੋਂ ਯਾਤਰਾਵਾਂ ਕਰਦੇ ਨੇ ਇੱਥੋਂ ਦੇ ਲੋਕ ਤਾਂ ਉਹ ਜਿਹੜੀ ਹੈਗੀ ਹੈ ਉਹ ਦੂਸਰੇ ਦੇਸ਼ਾਂ ਦੇ ਵਿੱਚ ਵੀ ਜਿਹੜਾ ਇਹਨਾਂ ਦਾ ਜਿਹੜਾ ਆਪਣੀ ਸੰਸਕ੍ਰਿਤੀ ਦਾ ਪ੍ਰਚਾਰ ਪ੍ਰਸਾਰ ਕਰ ਦਿੰਦੇ ਹੈਗੇ ਨੇ। ਤੇ ਨਾਲ ਦੀ ਨਾਲ ਜਿਹੜੀਆਂ ਇਹਨਾਂ ਦੇ ਉੱਪਰ ਵੀ ਆਪਾਂ ਦੇਖਦੇ ਹੈਗੇ ਆ ਕਿ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਈਰਾਨ ਦੇ ਭਾਰਤ ਨਾਲ ਸੰਬੰਧਾਂ ਦੀ ਗੱਲ ਕਰੀਂ ਤਾਂ ਏਚੇਮੇਨਿਡ ਜਿਹੜਾ ਵੰਸ਼ ਹੈਗਾ 600 ਈਸਵੀ ਪੂਰਵ ਦੇ ਵਿੱਚ ਈਰਾਨ ਦੇ ਵਿੱਚ ਜੋ ਰਾਜ ਕਰ ਰਿਹਾ ਸੀ, ਇਸਨੇ ਭਾਰਤ ਦੇ ਜਿਹੜਾ ਉੱਤਰ ਪੱਛਮੀ ਹਿੱਸਾ ਹੈਗਾ ਜੇ ਆਪਾਂ ਮੈਪ ਦੀ ਗੱਲ ਕਰੀਏ ਤਾਂ ਇਹ ਆਪਾਂ ਮੈਪ ਦੇ ਤੌਰ ਤੇ ਵੇਖੀਏ ਤਾਂ ਜਿਹੜਾ ਇਹ ਉੱਤਰ ਵਾਲੀ ਜਗ੍ਹਾ ਹੈਗੀ ਹੈ ਤੇ ਇਹ ਵਾਲਾ ਜਿਹੜਾ ਪੱਛਮ ਹੈਗਾ ਏ ਸਕਦੇ ਆ। ਤੇ ਜਿਹੜਾ ਇਹ ਵਾਲਾ ਹਿੱਸਾ ਹੈਗਾ ਤੇ ਇਹਦੇ ਉੱਪਰ ਇਹਨਾਂ ਨੇ ਜਿਹੜਾ ਕਬਜ਼ਾ ਕੀਤਾ ਸੀ ਏਚੇਮੇਨਿਡ ਜਿਹੜਾ ਵੰਸ਼ ਹੈਗਾ ਏ। ਤੇ ਇਸ ਦੇ ਨਾਲ ਹੀ ਜਿਹੜੇ ਉਸ ਤੋਂ ਇਲਾਵਾ ਜਿਹੜੀਆਂ ਚੀਜ਼ਾਂ ਦਾ ਭਾਰਤ ਦੇ ਉੱਪਰ ਆਪਾਂ ਪ੍ਰਭਾਵ ਦੇਖਦੇ ਹੈਗੀਆਂ ਉਹ ਹੈਗੀਆਂ ਨੇ ਸਤੰਭਾਂ ਦੇ ਉੱਪਰ ਜਿਹੜੇ ਗੁੰਬਦ ਬਣੇ ਹੁੰਦੇ ਨੇ, ਜਾਂ ਫਿਰ ਸਤੰਭ ਦੇ ਜਿਹੜੇ ਸਿਲਾਲੇਖ ਹੈਗੇ ਨੇ ਇਹ ਵੀ ਜਿਹੜਾ ਈਰਾਨ ਤੋਂ ਹੀ ਗ੍ਰਹਿਣ ਕੀਤੇ ਗਏ ਨੇ। ਇਸ ਤੋਂ ਇਲਾਵਾ ਜਿਹੜੀ ਖਰੋਸ਼ਟੀ ਲਿਪੀ ਹੈਗੀ ਹੈ ਇਹ ਵੀ ਈਰਾਨ ਦੀ ਹੀ ਹੈਗੀ ਹੈ, ਤੇ ਇਹਦੇ ਉੱਪਰ ਇਹਦਾ ਵੀ ਜਿਹੜਾ ਲਿਪੀ ਦਾ ਵੀ ਭਾਰਤੀ ਲਿਪੀ ਦੇ ਉੱਪਰ ਪ੍ਰਭਾਵ ਦੇਖਣ ਨੂੰ ਮਿਲਦਾ ਹੈ। ਤੇ ਇਸ ਤੋਂ ਇਲਾਵਾ ਜੇ ਸਿੱਕਿਆਂ ਦੀ ਗੱਲ ਕਰੀਏ ਤਾਂ ਉਹਦੇ ਉੱਪਰ ਜਿਹੜੇ ਚਿੰਨ੍ਹ ਵਗੈਰਾ ਬਣੇ ਹੋਏ ਨੇ ਨਵੇਂ ਤਰੀਕੇ ਦੇ, ਉਹ ਵੀ ਆਪਣੇ ਜਿਹੜਾ ਭਾਰਤੀ ਹੈਗੇ ਉਹਨਾਂ ਦੁਆਰਾ ਜਿਹੜੇ ਈਰਾਨ ਤੋਂ ਗ੍ਰਹਿਣ ਕੀਤੇ ਗਏ ਸੀ। ਇਸ ਤੋਂ ਇਲਾਵਾ ਜੇ ਆਪਾਂ ਯੂਨਾਨ ਨਾਲ ਸੰਬੰਧਾਂ ਦੀ ਗੱਲ ਕਰੀਏ ਤਾਂ ਸਿਕੰਦਰ ਦੇ ਹਮਲੇ ਤੋਂ ਬਾਅਦ ਜਿਹੜੇ ਭਾਰਤ ਦੇ ਵਪਾਰਕ ਮਾਰਗ ਹੈਗੇ ਨੇ ਉਹ ਖੋਲ੍ਹ ਦਿੱਤੇ ਜਾਂਦੇ ਨੇ। ਤੇ ਜਿਹੜੇ ਭਾਰਤੀ ਲੋਕ ਹੈਗੇ ਨੇ ਜਿਹੜਾ ਮੇਨਲੀ ਇਹ ਸਿਲਕ ਮਾਰਗ ਰਾਹੀਂ ਜਿਹੜਾ ਵਪਾਰ ਕਰਦੇ ਹੈਗੇ ਨੇ, ਤੇ ਜਿਹੜੀਆਂ ਵਸਤਾਂ ਜਿਹੜਾ ਪੱਛਮੀ ਦੇਸ਼ਾਂ ਨੂੰ ਜਾਂਦੀਆਂ ਹੈਗੀਆਂ ਨੇ ਤੇ ਉਹਦੇ ਬਦਲੇ ਵਿੱਚ ਜਿਹੜਾ ਭਾਰਤ ਦੇ ਵਿੱਚ ਵੀ ਕੁਝ ਨਾ ਕੁਝ ਆਉਂਦਾ ਹੈਗਾ ਤੇ ਆਪਾਂ ਦੇਖਦੇ ਹੈਗੇ। ਤੇ ਇਸ ਦੇ ਨਾਲ ਜਿਹੜਾ ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ। ਤੇ ਇਸ ਤੋਂ ਇਲਾਵਾ ਜੇ ਆਪਾਂ ਧਰਮ ਦੀ ਗੱਲ ਕਰੀਏ ਤਾਂ ਬੁੱਧ ਧਰਮ ਜਿਹੜਾ ਹੈਗਾ ਉਹ ਵਿਦੇਸ਼ਾਂ ਵਿੱਚ ਭੇਜਿਆ ਜਾਂਦਾ ਹੈ ਭਾਰਤੀਆਂ ਦੁਆਰਾ, ਤੇ ਇਹਦੇ ਵਿੱਚ ਜਿਹੜਾ ਅਸ਼ੋਕ ਸਭ ਤੋਂ ਜਿਹੜਾ ਮੇਨ ਸ਼ਾਸਕ ਹੈਗਾ ਜਿਹਦੇ ਦੁਆਰਾ ਭੇਜਿਆ ਗਿਆ। ਤੇ ਇਸ ਤੋਂ ਇਲਾਵਾ ਜਿਹੜਾ ਕਨਿਸ਼ਕ ਹੈਗਾ ਉਹਦੇ ਦੁਆਰਾ ਵੀ ਕੋਸ਼ਿਸ਼ ਕੀਤੀ ਗਈ ਸੀਗੀ ਜਿਹੜਾ ਪੱਛਮ ਦੇ ਵਿੱਚ ਜਿਹੜਾ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਲਈ। ਤੇ ਇਹਦੇ ਵਿੱਚ ਜਿਹੜਾ ਪੱਛਮੀ ਏਸ਼ੀਆ ਦੇ ਮਿਸਰ ਤੇ ਯੂਰਪ ਦੇਸ਼ ਜਿਹੜੇ ਮੁੱਖ ਹੈਗੇ ਨੇ, ਤੇ ਮਿਸਰ ਦੇ ਨਾਲ ਵੀ ਸੰਬੰਧ ਹੈਗੇ ਨੇ, ਤੇ ਜਿਹੜੇ ਸੰਬੰਧ ਹੈਗੇ ਨੇ ਵਪਾਰਕ ਹੈਗੇ ਨੇ। ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਭਾਰਤ ਤੋਂ ਕੀਮਤੀ ਚੀਜ਼ਾਂ ਜਿਹੜੀਆਂ ਵਿਦੇਸ਼ ਵਿੱਚ ਭੇਜੀਆਂ ਜਾਂਦੀਆਂ ਸੀ ਉਹਨਾਂ ਵਿੱਚ ਹੀਰੇ, ਮਸਾਲੇ, ਗਊਆਂ, ਸ਼ਿਕਾਰੀ ਕੁੱਤੇ ਜਿਹੜੇ ਇਹਨਾਂ ਦੀ ਮੰਗ ਜਿਹੜੀ ਵਿਦੇਸ਼ਾਂ ਵਿੱਚ ਜ਼ਿਆਦਾ ਸੀਗੀ। ਅੱਗੇ ਆਪਾਂ ਦੇਖਾਂਗੇ ਭਾਰਤ ਦੇ ਮੱਧ ਏਸ਼ੀਆ ਤੇ ਚੀਨ ਦੇ ਨਾਲ ਸੰਬੰਧ। ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜਾ ਅਸ਼ੋਕ ਤੇ ਕਨਿਸ਼ਕ ਦੇ ਟਾਈਮ ਤੇ ਜਿਹੜੇ ਬੌਧ ਭਿਕਸ਼ੂ ਹੈਗੇ ਨੇ ਜਾਂ ਫਿਰ ਬੌਧ ਧਰਮ ਨਾਲ ਜਿਹੜੇ ਸੰਬੰਧਿਤ ਪ੍ਰਚਾਰਕ ਸੀਗੇ ਉਹਨਾਂ ਨੂੰ ਵਿਦੇਸ਼ਾਂ ਵਿੱਚ ਭੇਜਿਆ ਜਾਂਦਾ। ਤੇ ਵਿਦੇਸ਼ਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਸ਼੍ਰੀਲੰਕਾ, ਬਰਮਾ, ਚੀਨ ਤੇ ਮੱਧ ਏਸ਼ੀਆ ਜਿਹੜੇ ਹੈਗੇ ਨੇ ਮੁੱਖ ਤੌਰ ਤੇ ਹੈਗੇ ਨੇ ਇਹਦੇ ਵਿੱਚ। ਇਸ ਤੋਂ ਇਲਾਵਾ ਆਪਾਂ ਦੇਖਾਂਗੇ ਕਿ ਜਿਹੜੇ ਉੱਥੋਂ ਦੇ ਜਿਹੜੇ ਵਿਦਵਾਨ ਹੈਗੇ ਨੇ ਜਿਨ੍ਹਾਂ ਦੇ ਜਿਹੜੇ ਕਿ ਉਸ ਟਾਈਮ ਤੇ ਜਿਹੜੇ ਬੌਧ ਗ੍ਰੰਥਾਂ ਦਾ ਅਧਿਐਨ ਕਰ ਰਹੇ ਸੀਗੇ ਉਹ ਵੀ ਜਿਹੜੇ ਭਾਰਤ ਦੇ ਵਿੱਚ ਆਉਂਦੇ ਨੇ। ਤੇ ਇਸ ਦੇ ਨਾਲ ਜਿਹੜਾ ਸੰਸਕ੍ਰਿਤੀ ਦਾ ਆਦਾਨ ਪ੍ਰਦਾਨ ਹੁੰਦਾ ਹੈਗਾ। ਤੇ ਜੇ ਆਪਾਂ ਬੌਧ ਭਿਕਸ਼ੂਆਂ ਦੀ ਗੱਲ ਆਪਾਂ ਜੇ ਵਿਦਵਾਨਾਂ ਦੀ ਗੱਲ ਕਰੀਏ ਜਿਹੜੇ ਚੀਨ ਤੋਂ ਭਾਰਤ ਵਿੱਚ ਆਏ ਨੇ ਤਾਂ ਉਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਜਿਹੜੇ ਫਾਹੀਆਨ, ਇਤ ਸਿੰਘ ਤੇ ਜਿਹੜੇ ਹਿਊਨ-ਸਾਂਗ ਹੈਗੇ ਨੇ ਉਹ ਅਲੱਗ-ਅਲੱਗ ਸ਼ਾਸਕਾਂ ਦੇ ਟਾਈਮ ਤੇ ਭਾਰਤ ਵਿੱਚ ਆਏ ਹੈਗੇ ਨੇ। ਤੇ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਜਿਹੜਾ ਬੁੱਧ ਦਾ ਜਿਹੜਾ ਬੁੱਤ ਹੈਗਾ ਹੈ ਜਿਸ ਨੂੰ ਮੂਰਤੀ ਵਗੈਰਾ ਬੋਲਦੇ ਹੈਗੇ ਆ, ਤੇ ਉਹ ਵੀ ਜਿਹੜਾ ਅਫਗਾਨਿਸਤਾਨ ਦੇ ਬਾਮਿਆਨ ਜਗ੍ਹਾ ਹੈਗੀ ਹੈ ਉੱਥੋਂ ਜਿਹੜਾ ਪੱਥਰ ਨੂੰ ਤਰਾਸ਼ ਕੇ ਬਣਾਇਆ ਗਿਆ ਸੀ। ਤੇ ਜਿਹੜਾ ਬੁੱਧ ਧਰਮ ਦਾ ਪ੍ਰਸਿੱਧ ਸਮਾਰਕ ਹੈਗਾ ਹੈ। ਤੇ ਜੇ ਆਪਾਂ ਗੱਲ ਕਰੀਏ 2001 ਦੇ ਵਿੱਚ ਜਦੋਂ ਤਾਲਿਬਾਨ ਦਾ ਸ਼ਾਸਨ ਸੀਗਾ ਉਸ ਟਾਈਮ ਤੇ ਉਸ ਟਾਈਮ ਤੇ ਜਿਹੜੀ ਇਹ ਮੂਰਤੀ ਹੈਗੀ ਇਸ ਨੂੰ ਤਬਾਹ ਕਰ ਦਿੱਤਾ ਗਿਆ ਸੀ। ਤੇ ਜੇ ਆਪਾਂ ਇਸ ਚਿੱਤਰ ਦੇ ਵਿੱਚ ਆਪਾਂ ਇਸ ਮੂਰਤੀ ਨੂੰ ਦੇਖ ਸਕਦੇ ਹਾਂ ਜਿਹੜੀ ਬੁੱਧ ਦੀ ਪ੍ਰਤਿਮਾ ਬਣਾਈ ਗਈ ਸੀ ਬਾਮਿਆਨ ਅਫਗਾਨਿਸਤਾਨ ਦੇ ਵਿੱਚ। ਉਸ ਤੋਂ ਆਪਾਂ ਅੱਗੇ ਗੱਲ ਕਰਦੇ ਹੈਗੇ ਆ ਰੋਮ ਨਾਲ ਸੰਬੰਧਾਂ ਦੇ ਬਾਰੇ ਵਿੱਚ। ਤੇ ਇਹਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਰੋਮ ਦੇ ਨਾਲ ਸੰਬੰਧਾਂ ਦੇ ਜੇ ਆਪਾਂ ਪ੍ਰੂਫ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਪਟੋਲਮੀ ਦੇ ਜਿਹੜਾ ਭੂਗੋਲ ਹੈਗਾ ਹੈ, ਤੇ ਇਸ ਤੋਂ ਬਾਅਦ ਜੇ ਸੰਗਮ ਸਾਹਿਤ ਹੈਗਾ ਜਾਂ ਫਿਰ ਜਿੰਨੇ ਵੀ ਸੰਗਮ ਸਾਹਿਤ ਨਾਲ ਸੰਬੰਧਿਤ ਗ੍ਰੰਥ ਹੈਗੇ ਨੇ ਇਹ ਵੀ ਜਿਹੜਾ ਭਾਰਤ ਦੇ ਰੋਮ ਨਾਲ ਸੰਬੰਧਾਂ ਦੇ ਬਾਰੇ ਵਿੱਚ ਆਪਾਂ ਨੂੰ ਜਾਣਕਾਰੀ ਦਿੰਦੇ ਹੈਗੇ ਨੇ। ਤੇ ਰੋਮ ਦੇ ਸਿੱਕੇ ਬਹੁਤ ਸਾਰੀਆਂ ਜਿਹੜੀਆਂ ਬੰਦਰਗਾਹਾਂ ਹੈਗੀਆਂ ਨੇ ਭਾਰਤ ਦੀਆਂ ਉੱਥੋਂ ਪ੍ਰਾਪਤ ਕੀਤੇ ਗਏ ਨੇ। ਤੇ ਇਸ ਦੇ ਇਲਾਵਾ ਜੇ ਆਪਾਂ ਗੱਲ ਕਰੀਏ ਜਿਹੜੀਆਂ ਚੀਜ਼ਾਂ ਵਿਦੇਸ਼ ਵਿੱਚ ਭੇਜੀਆਂ ਜਾਂਦੀਆਂ ਸੀ ਜਾਂ ਫਿਰ ਆਪਾਂ ਗੱਲ ਕਰੀਏ ਜਿਨ੍ਹਾਂ ਚੀਜ਼ਾਂ ਦਾ ਨਿਰਯਾਤ ਕੀਤਾ ਜਾਂਦਾ ਸੀ ਤਾਂ ਉਹਦੇ ਵਿੱਚ ਮਸਾਲੇ, ਕੀਮਤੀ ਹੀਰੇ, ਵਧੀਆ ਕੱਪੜਾ, ਇਤਰ, ਹਾਥੀ ਦੰਦ ਦਾ ਸਮਾਨ, ਲੋਹਾ, ਰੰਗ, ਚਾਵਲ ਤੇ ਇਹ ਸਾਰੀਆਂ ਸਮਾਨ ਜਿਹੜਾ ਭੇਜਿਆ ਜਾਂਦਾ ਸੀ। ਤੇ ਇਸ ਦੇ ਨਾਲ ਜੇ ਆਪਾਂ ਗੱਲ ਕਰੀਏ ਪੰਛੀਆਂ ਦੇ ਬਾਰੇ ਵਿੱਚ ਤਾਂ ਮੋਰ ਤੇ ਤੋਤਾ ਜਿਹੜਾ ਉਸ ਟਾਈਮ ਤੇ ਵਿਦੇਸ਼ਾਂ ਵਿੱਚ ਨਿਰਯਾਤ ਕੀਤਾ ਜਾਂਦਾ ਸੀ ਇਸਦਾ। ਤੇ ਇਸ ਤੋਂ ਇਲਾਵਾ ਜੇ ਜਾਨਵਰਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬੰਦਰ ਜਿਹੜਾ ਹੈਗਾ ਉਹਦਾ ਨਿਰਯਾਤ ਕੀਤਾ ਜਾਂਦਾ ਸੀ। ਤੇ ਇਸ ਦੇ ਬਦਲੇ ਵਿੱਚ ਭਾਰਤ ਵਿੱਚ ਜਿਹੜੀਆਂ ਚੀਜ਼ਾਂ ਆਉਂਦੀਆਂ ਸੀਗੀਆਂ ਤੇ ਉਹਦੇ ਵਿੱਚ ਸੀਗਾ ਸੋਨੇ ਤੇ ਚਾਂਦੀ ਦੇ ਸਿੱਕੇ, ਧਾਤਾਂ, ਸ਼ਰਾਬ ਤੇ ਜਿਹੜਾ ਸ਼ੀਸ਼ਾ ਹੈਗਾ ਉਸ ਦਾ ਵੀ ਆਯਾਤ ਕੀਤਾ ਜਾਂਦਾ ਸੀ, ਕਿੰਤੂ ਭਾਵ ਕਿ ਭਾਰਤ ਵਿੱਚ ਲਿਆਂਦਾ ਜਾਂਦਾ ਸੀ। ਅੱਗੇ ਆਪਾਂ ਗੱਲ ਕਰਾਂਗੇ ਭਾਰਤ ਦੇ ਦੱਖਣ ਪੂਰਬੀ ਏਸ਼ੀਆ ਨਾਲ ਸੰਬੰਧਾਂ ਦੇ ਬਾਰੇ ਵਿੱਚ। ਤੇ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜੇ ਦੱਖਣ ਭਾਰਤੀ ਸਾਮਰਾਜ ਸੀਗੇ ਉਹਨਾਂ ਦੇ ਟਾਈਮ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਚੇਰ, ਚੌਲ ਤੇ ਪਾਂਡੇ ਜਿਹੜੇ ਹੈਗੇ ਨੇ ਇਹਨਾਂ ਦੇ ਟਾਈਮ ਤੇ ਜਿਹੜੇ ਸ਼ਾਸਕ ਹੈਗੇ ਨੇ ਇਹਨਾਂ ਨੇ ਜਹਾਜ਼ ਬਣਾਉਣ ਜਾਂ ਫਿਰ ਸਮੁੰਦਰ ਤੋਂ ਪਾਰ ਖੋਜਾਂ ਕਰਨ ਨੂੰ ਵੀ ਜਿਹੜਾ ਉਤਸ਼ਾਹਿਤ ਕੀਤਾ ਸੀ। ਤੇ ਇਹਦੇ ਨਾਲ ਜਿਹੜਾ ਵਪਾਰ ਦਾ ਬਹੁਤ ਜ਼ਿਆਦਾ ਵਿਕਾਸ ਹੁੰਦਾ ਹੈਗਾ ਹੈ। ਤੇ ਸ਼੍ਰੀਲੰਕਾ ਤੇ ਦੱਖਣ ਏਸ਼ੀਆ ਦੇ ਵਿੱਚ ਇਹਨਾਂ ਨੇ ਖੁਦ ਦੇ ਜਿਹੜੇ ਉਪਨਿਵੇਸ਼ ਵੀ ਸਥਾਪਿਤ ਕੀਤੇ ਸੀਗੇ।
ਜਿਸ ਦੇ ਚੱਲਦੇ ਜਿਹੜੇ ਉੱਥੇ ਭਾਰਤੀ ਜਾ ਕੇ ਵਸਦੇ ਨੇ ਤੇ ਜਾਂ ਫਿਰ ਉੱਥੋਂ ਦੇ ਜਿਹੜੇ ਸਥਾਨਕ ਲੋਕ ਹੈਗੇ ਨੇ ਉਹ ਇੱਕ ਦੂਜੇ ਦੇ ਉੱਪਰ ਨਿਰਭਰ ਕਰਨਾ ਸ਼ੁਰੂ ਕਰ ਦਿੰਦੇ ਨੇ। ਤੇ ਇਸ ਤੋਂ ਇਲਾਵਾ ਜੇ ਆਪਾਂ ਭਾਸ਼ਾ ਦੀ ਗੱਲ ਕਰਦੇ ਹੈਗੇ ਤਾਂ ਭਾਸ਼ਾ ਸਾਹਿਤ ਅਤੇ ਜਿਹੜਾ ਕਲਾ ਦਾ ਵੀ ਜਿਹੜਾ ਪ੍ਰਚਾਰ ਪ੍ਰਸਾਰ ਹੁੰਦਾ ਹੈਗਾ ਇਹ ਵਿਦੇਸ਼ਾਂ ਦੇ ਵਿੱਚ। ਤੇ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਚੰਪਾ ਜਾਂ ਜਿਸ ਨੂੰ ਵੀਅਤਨਾਮ ਬੋਲਿਆ ਜਾਂਦਾ ਸੀ, ਕੰਬੋਜ ਜਿਸ ਨੂੰ ਕੰਬੂਜ਼ੀਆ ਬੋਲਿਆ ਜਾਂਦਾ ਸੀ, ਦੇ ਸ਼ਾਸਕ ਜਿਹੜੇ ਹੈਗੇ ਨੇ ਉਹਨਾਂ ਨੇ ਵੀ ਜਿਹੜਾ ਹਿੰਦੂ ਧਰਮ ਦਾ ਪ੍ਰਚਾਰ ਕੀਤਾ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਕਿ ਹਿੰਦੂ ਧਰਮ ਨੂੰ ਅਪਣਾਇਆ ਵੀ। ਤੇ ਜੇ ਉਸ ਟਾਈਮ ਦੇ ਜਿਹੜੇ ਧਾਰਮਿਕ ਆਪਾਂ ਗੱਲ ਕਰੀਏ ਜਿਹੜੀਆਂ ਰਸਮਾਂ ਰਿਵਾਜ ਹੈਗੇ ਨੇ ਉਹਨਾਂ ਨੂੰ ਜਿਹੜਾ ਬ੍ਰਾਹਮਣਾਂ ਦੁਆਰਾ ਪੂਰਾ ਕਰਵਾਇਆ ਜਾਂਦਾ ਸੀ। ਤੇ ਇਸ ਤੋਂ ਇਲਾਵਾ ਜੇ ਆਪਾਂ ਦੇਵਤਿਆਂ ਦੀ ਗੱਲ ਕਰੀਏ ਤਾਂ ਸ਼ਿਵ ਤੇ ਵਿਸ਼ਨੂੰ ਉਸ ਟਾਈਮ ਦੇ ਦੇਵਤੇ ਹੈਗੇ ਨੇ ਜਿਸ ਦੀ ਪੂਜਾ ਕੀਤੀ ਜਾਂਦੀ ਸੀ। ਤੇ ਕੰਪੂਜੀਆ ਦੇ ਵਿੱਚ ਕੋਰਵਾਟ ਨਾਮਕ ਮੰਦਿਰ ਹੈਗਾ ਏ, ਜਿਸ ਤੇ ਜਿਹੜਾ ਭਾਰਤ ਦੇ ਮਹਾਕਾਵਿ ਜੇ ਆਪਾਂ ਗੱਲ ਕਰੀਏ ਰਮਾਇਣ ਤੇ ਮਹਾਭਾਰਤ ਦੀ, ਤੇ ਇਹਨਾਂ ਦੇ ਮੂਰਤੀਆਂ ਜਿਹੜੀਆਂ ਹੈਗੀਆਂ ਨੇ ਮੂਰਤੀ ਕਲਾ ਦੇ ਤੌਰ ਤੇ ਇਹਨਾਂ ਦੇ ਜਿਹੜੇ ਚਿੱਤਰ ਹੈਗੇ ਨੇ ਉਹਦੇ ਵਿੱਚ ਦਰਸਾਏ ਗਏ ਨੇ। ਤੇ ਆਪਾਂ ਇਹ ਅੰਕੋਰ ਵਾਟ ਦਾ ਮੰਦਿਰ ਦਾ ਇੱਕ ਦ੍ਰਿਸ਼ ਆਪਾਂ ਦੇਖ ਸਕਦੇ ਹਾਂ ਇਸ ਚਿੱਤਰ ਦੇ ਵਿੱਚ, ਜਿਹੜਾ ਕਿ ਕੰਪੋਜੀਆ ਦੇ ਵਿੱਚ ਹੈਗਾ ਏ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਇੰਡੋਨੇਸ਼ੀਆ ਦਾ ਇੱਕ ਨਾਚ ਹੈਗਾ ਏ ਜਿਸ ਜਿਹੜਾ ਕਿ ਮਹਾਭਾਰਤ ਤੇ ਰਮਾਇਣ ਦੇ ਜਿਹੜੀਆਂ ਕਥਾ ਪ੍ਰਸੰਗ ਹੈਗੇ ਨੇ ਉਹਨਾਂ ਦੇ ਆਧਾਰ ਤੇ ਜਿਹੜਾ ਇਹ ਨਾਚ ਆਪਾਂ ਦੇਖਣ ਨੂੰ ਮਿਲਦਾ ਹੈਗਾ। ਤੇ ਇਸ ਤੋਂ ਇਲਾਵਾ ਜਿਹੜਾ ਇੰਡੋਨੇਸ਼ੀਆ ਦੀ ਭਾਸ਼ਾ ਹੈਗੀ ਹੈ ਤੇ ਬਹੁਤ ਸਾਰੇ ਇਹਦੇ ਜਿਹੜੇ ਸ਼ਬਦ ਹੈਗੇ ਨੇ ਉਹ ਤਾਮਿਲ ਤੇ ਸੰਸਕ੍ਰਿਤ ਭਾਸ਼ਾ ਦੇ ਨਾਲ ਸੰਬੰਧਿਤ ਮਿਲਦੇ ਨੇ। ਤੇ ਜੇਕਰ ਗੱਲ ਕਰੀਏ ਆਪਾਂ ਇੰਡੋਨੇਸ਼ੀਆ ਦੀ ਲਿਪੀ ਦੀ, ਤੇ ਇਹਦੇ ਉੱਪਰ ਵੀ ਜਿਹੜਾ ਦੱਖਣ ਪੂਰਬੀ ਏਸ਼ੀਆ ਜਾਂ ਫਿਰ ਦੂਜੀਆਂ ਲਿਪੀਆਂ ਜਿਹੜੀਆਂ ਨਾਲ ਜਿਹੜੀ ਮਿਲਦੀ ਜੁਲਦੀ ਆਪਾਂ ਦੇਖਦੇ ਹੈਗੇ ਹਾਂ, ਜਾਂ ਆਪਾਂ ਕਹਿ ਸਕਦੇ ਕਿ ਇਹਦੇ ਉੱਪਰ ਵੀ ਇਸ ਦਾ ਜਿਹੜਾ ਪ੍ਰਭਾਵ ਦੇਖਣ ਨੂੰ ਮਿਲਦਾ ਹੈਗਾ ਹੈ। ਇਸ ਤੋਂ ਇਲਾਵਾ ਜੇ ਆਪਾਂ ਅਰਬਾਂ ਦੇ ਹਮਲੇ ਦੀ ਗੱਲ ਕਰੀਏ ਜਿਹੜਾ ਕਿ 712 ਈਸਵੀ ਦੇ ਵਿੱਚ ਕੀਤਾ ਗਿਆ ਸੀ ਮੁਹੰਮਦ ਬਿਨ ਕਾਸਿਮ ਦੇ ਦੁਆਰਾ। ਇਸ ਟਾਈਮ ਤੇ ਵੀ ਉਹਦੇ ਦੁਆਰਾ ਜਦੋਂ ਭਾਰਤ ਦੇ ਕੁਝ ਹਿੱਸੇ ਨੂੰ ਜਿੱਤ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਵੀ ਜਿਹੜਾ ਵਪਾਰਕ ਬਸਤੀਆਂ ਉਹਦੇ ਦੁਆਰਾ ਸਥਾਪਿਤ ਕੀਤੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਜਿਹੜੀਆਂ ਭਾਰਤ ਦੀਆਂ ਰਚਨਾਵਾਂ ਹੈਗੀਆਂ ਨੇ ਇਹਨਾਂ ਵਿੱਚ ਜਿਹੜਾ ਹਿਸਾਬ, ਚਿਕਿਤਸਾ, ਜੋਤਿਸ਼ ਜਾਂ ਫਿਰ ਸਾਹਿਤ ਦੀ ਗੱਲ ਕਰੀਏ ਤਾਂ ਇਹਨਾਂ ਦਾ ਵੀ ਅਰਬੀ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ ਜਾਂਦਾ ਹੈ। ਤਾਂ ਆਪਾਂ ਕਹਿ ਸਕਦੇ ਹਾਂ ਕਿ ਇਹਨੂੰ ਟਰਾਂਸਲੇਟ ਕੀਤਾ ਜਾਂਦਾ ਹੈ ਅਰਬੀ ਭਾਸ਼ਾ ਦੇ ਵਿੱਚ। ਤੇ ਅਰਬਾਂ ਨੇ ਜਿਹੜੀ ਜ਼ੀਰੋ ਸੰਖਿਆ ਹੈਗੀ ਹੈ ਉਹਦਾ ਵੀ ਦੁਨੀਆ ਦੇ ਵਿੱਚ ਪ੍ਰਚਾਰ ਪ੍ਰਸਾਰ ਕੀਤਾ ਹੈਗਾ, ਜਿਹੜੀ ਕਿ ਭਾਰਤੀ ਸੰਖਿਆ ਪ੍ਰਣਾਲੀ ਹੈਗੀ ਹੈ। ਤੇ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਕਿ ਜਿਹੜੀ ਪ੍ਰਣਾਲੀ ਹੈਗੀ ਹੈ ਇਹਨੂੰ ਅੱਜ ਕੱਲ੍ਹ ਹਿੰਦੂ ਅਰਬ ਸੰਖਿਆ ਪ੍ਰਣਾਲੀ ਬੋਲਿਆ ਜਾਂਦਾ ਹੈ। ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇੰਡੋ ਇਸਲਾਮ ਸੰਸਕ੍ਰਿਤੀ ਦਾ ਜਿਹੜਾ ਆਰੰਭ ਵੀ ਹੈਗਾ ਹੈ ਤੇ ਉਹ ਅਰਬਾਂ ਦੇ ਹਮਲੇ ਦੇ ਜਿਹੜਾ ਨਾਲ ਹੀ ਸ਼ੁਰੂ ਹੁੰਦਾ ਹੈਗਾ ਹੈ। ਤੇ ਇਸ ਦੇ ਨਾਲ ਹੀ ਜਿਹੜਾ ਅੱਜ ਦਾ ਆਪਣਾ 6ਵੀਂ ਕਲਾਸ ਦਾ ਇਤਿਹਾਸ ਦਾ ਜਿਹੜਾ ਸਾਰਾ ਟੌਪਿਕ ਹੈਗਾ ਹੈ ਜਾਂ ਆਪਾਂ ਇਤਿਹਾਸ ਭਾਗ ਹੈਗਾ ਹੈ ਸਾਰਾ ਦਾ ਸਾਰਾ ਅੱਜ ਕੰਪਲੀਟ ਹੁੰਦਾ ਹੈਗਾ ਹੈ। ਤੇ ਇਸ ਦੇ ਨਾਲ ਹੀ ਜਿਹੜੀ ਇਹ ਵੀਡੀਓ ਹੈਗੀ ਇਹਦਾ ਵੀ ਅੰਤ ਹੁੰਦਾ ਹੈ। ਤੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਬਹੁਤ ਬਹੁਤ ਧੰਨਵਾਦ।